बिस्मिल्लाहिर्रहमानिर्रहीम। अस्सलाम वालेकुम फ्रेंड्स, कैसे हैं आप सब लोग। उम्मीद करता हूँ आप सब लोग खैर खैरियत से होंगे। मैं हूं शेख अब्बास और आप देख रहे हैं मेरा यूट्यूब चैनल। तो फ्रेंड्स, आज हम एक और सेटअप पे मौजूद हैं। उनके ऑनर हमारे साथ हैं, उनसे आपकी मुलाकात करवाएंगे और उनसे पूछेंगे ये काम करते उन्हें कितना अर्सा हो गया। अस्सलाम वालेकुम सर जी। वालेकुम की हाल चाल है अस्सलाम सर, ठीक हो जी। अल्लाह का करम। सर, सब तो पहले तो अपना नाम और अपने फार्म की लोकेशन दस दो। सर मेरा नाम बिलाल भट्ट है ठीक हो गया और मेरे फार्म की लोकेशन मुल्तान जी जी। किडनी सेंटर ਦੇ ਬਿਲਕੁਲ बैक साइड ਦੇ ਉੱਤੇ ਸਾਡਾ ਫਾਰਮ ਲੋਕੇਟਡ ਹੈ। ठीक हो गया। तो सर कितना अर्सा हो गया काम करते हुए। ਇਹ ਕੰਮ ਕਰਦੇ ਨੂੰ ਸਾਨੂੰ ਤਕਰੀਬਨ ਡੇਢ ਇੱਕ ਸਾਲ, ਤਕਰੀਬਨ ਸਾਲ ਡੇਢ ਸਾਲ ਹੋ ਗਿਆ ਜੀ। ਅੱਛਾ, ਮਾਸ਼ਾਅੱਲਾ। ਤੇ ਸਰ ਇਹ ਜਿਹੜੇ ਅਸੀਂ ਦੇਖ ਰਹੇ ਹਾਂ ਦੁੰਬੇ, ਆਮ ਤੌਰ ਤੇ ਲੋਕ ਜ਼ਿਆਦਾਤਰ ਜਿਹੜੇ ਹੈ ਨਾ ਬੱਕਰੇ ਵਗੈਰਾ ਦਾ ਕੰਮ ਕਰਦੇ ਆ, ਤੁਸੀਂ ਦੁੰਬਿਆਂ ਵਾਲੇ ਪਾਸੇ ਕਿਵੇਂ ਆਏ, ਇਸ ਬਾਰੇ ਕੋਈ ਦੱਸੋ। ਸਰ ਇਸ ਵਜ੍ਹਾ ਨਾਲ ਕਿ ਸਾਡੇ ਮੁਲਕ ਦੇ ਅੰਦਰ ਤੁਹਾਨੂੰ ਪਤਾ ਹੈ ਮਹਿੰਗਾਈ ਬਹੁਤ ਜ਼ਿਆਦਾ ਹੈ। ਬਿਲਕੁਲ। ਤੇ ਜਿਹੜੇ ਬੱਕਰਿਆਂ ਦਾ ਜਿਹੜਾ ਰੇਟ ਹੈ ਉਹ ਟੂ ਮੱਚ ਹੈ, मतलब कि काफी ज्यादा है। ठीक हो गया। ਅਸੀਂ ਛਤਰੇ ਕਹਿ ਲੋ ਇਹਨਾਂ ਨੂੰ ਜਾਂ ਦੁੰਬੇ ਕਹਿ ਲੋ, ਇਹ ਇਸ ਲਈ ਰੱਖੇ ਨੇ ਕਿ ਇਕਨੋਮਿਕਲ ਨੇ ਔਰ ਇਹ ਆਰਗੈਨਿਕ ਫਾਰਮ ਤੇ ਇਹ ਆਰਗੈਨਿਕ ਫੀਡ ਤੇ ਪਲ ਰਹੇ ਨੇ ਸਾਡੇ ਕੋਲ। ਜ਼ਬਰਦਸਤ। ਔਰ ਯਾਨੀ ਅਸੀਂ ਈਦ ਤੇ ਅਸੀਂ ਇਹਨਾਂ ਨੂੰ ਤਿਆਰ ਕਰ ਰਹੇ ਹਾਂ ਮਾਸ਼ਾਅੱਲਾ। ਔਰ ਜਿਹੜਾ ਵੀ ਸਾਡੇ ਕੋਲ ਹੈ ਈਦ ਦੀ ਕੁਰਬਾਨੀ ਵਾਸਤੇ ਲੈ ਕੇ ਜਾਏਗਾ ਇਨਸ਼ਾਅੱਲਾ ਤਾਲਾ ਬਹੁਤ ਹੀ ਹੈਲਦੀ ਨੇ, ਬੜੇ ਐਕਟਿਵ ਨੇ और बड़े इकोनॉमिकल रेट ते बड़े मुनासिब रेट दे उत्ते ਅਸੀਂ ਉਹਨਾਂ ਨੂੰ ਇਨਸ਼ਾਅੱਲਾ ਤਾਲਾ ਫਰਾਹਮ ਕਰਾਂਗੇ। ਠੀਕ ਹੋ ਗਿਆ। ਤੇ ਸਰ ਇਸ ਟਾਈਮ ਆਪਣੇ ਕੋਲ ਆਏ ਹੋਏ ਕਿੰਨਾ ਅਰਸਾ ਹੋ ਗਿਆ ਤੁਹਾਡੇ ਫਾਰਮ ਤੇ, ਇਹਨਾਂ ਨੂੰ ਕਿੰਨਾ ਸਾਨੂੰ ਆਏ ਨੂੰ ਤਕਰੀਬਨ 4 ਮਹੀਨੇ ਹੋ ਗਏ ਨੇ। ਅੱਛਾ, 4 ਆਲਮੋਸਟ ਤਕਰੀਬਨ 4 ਮਹੀਨੇ ਹੋ ਗਏ ਨੇ। ਤੇ ਜਦੋਂ ਤੁਸੀਂ ਸਰ ਇਹਨਾਂ ਨੂੰ ਪਰਚੇਜ਼ ਕੀਤਾ ਸੀ, ਕਿਹੜੀ ਮੰਡੀ ਚੋਂ ਕੀਤਾ ਸੀ ਔਰ ਕਿੰਨੇ ਤੱਕ ਦਾ ਐਵਰੇਜ ਜਾਣੇ। ਇਹ ਬੇਸਿਕਲੀ ਇਨਸਾਨ ਨੂੰ ਜੋ ਕਿ ਸੱਚ ਬੋਲਣਾ ਚਾਹੀਦਾ ਹੈ, ਅਸੀਂ ਸਿੰਧ ਦੀ ਮੰਡੀਆਂ ਦੇ ਵਿੱਚੋਂ ਇਹਨਾਂ ਨੂੰ ਪਰਚੇਜ਼ ਕੀਤਾ ਸੀ। ਠੀਕ ਹੋ ਗਿਆ। ਤੇ ਉਹਨੂੰ ਪਰਚੇਜ਼ ਕੀਤੇ ਨੂੰ ਤਕਰੀਬਨ ਸਾਨੂੰ 4 ਮਹੀਨੇ ਹੋ ਗਏ ਨੇ। ਮਾਸ਼ਾਅੱਲਾ। ਤੇ ਪਹਿਲੇ ਲਿਆ ਕੇ ਅਸੀਂ ਸਭ ਤੋਂ ਪਹਿਲੇ ਇਹਨਾਂ ਨੂੰ ਦੀ ਡਿਵਰਮਿੰਗ ਵਗੈਰਾ ਕੀਤੀ, ਵੈਕਸੀਨੇਸ਼ਨ ਵਗੈਰਾ ਕੀਤੀ ਪ੍ਰੋਪਰਲੀ, ਤਾਂ ਕਿ ਇਹਨਾਂ ਦੇ ਅੰਦਰ ਜਿੰਨੇ ਵੀ ਜਰਾਸੀਮ ਔਰ ਚਿਚੜ ਵਗੈਰਾ ਔਰ ਕੀੜੇ ਮਕੌੜੇ ਇਹਨਾਂ ਨੂੰ ਲੱਗੇ ਨੇ ਉਹ ਇਹਨਾਂ ਤੋਂ ਖਤਮ ਹੋ ਜਾਣ। ਔਰ ਇਹ ਜਿਹੜਾ ਫੀਡ ਅਸੀਂ ਇਹਨਾਂ ਨੂੰ ਦਈਏ ਇਹ ਉਹਨਾਂ ਨੂੰ ਅੱਛੇ ਤਰੀਕੇ ਦੇ ਨਾਲ ਜਿਹੜਾ ਇਹਨਾਂ ਦੀ ਕੰਜ਼ਿਊਮ ਕਰਨ ਔਰ ਇਹਨਾਂ ਦੀ ਹੈਲਥ ਜ਼ਿਆਦਾ ਤੋਂ ਜ਼ਿਆਦਾ ਔਰ ਜਲਦੀ ਤੋਂ ਜਲਦੀ ਬਿਹਤਰ ਹੋ ਸਕੇ। ਠੀਕ ਹੋ ਗਿਆ। ਅੱਛਾ ਸਰ, ਅਮੂਮਨ ਅਸੀਂ ਦੇਖਿਆ ਕਿ ਪੰਜਾਬ ਦੇ ਅੰਦਰ ਜਿਹੜਾ ਸਿੰਧ ਤੋਂ ਅਗਰ ਕੋਈ ਜਾਨਵਰ ਲੈ ਕੇ ਆਉਂਦੇ ਨੇ ਤਾਂ ਉਹਨਾਂ ਨੂੰ ਕਾਫੀ ਸਾਰੀਆਂ ਮੁਸ਼ਕਿਲਾਤ ਹੁੰਦੀਆਂ। ਕਾਫੀ ਸਾਰੇ ਫਾਰਮ ਤੇ ਅਸੀਂ ਪਹਿਲੇ ਵੀ ਪੁੱਛਿਆ, ਉਹ ਸਿੰਧ ਤੋਂ ਜਾਨਵਰ ਲਿਆਏ ਤੇ ਪੰਜਾਬ ਦੇ ਵਿੱਚ ਉਹਨਾਂ ਨੂੰ ਕਾਫੀ ਮਸਲਾ ਬਣਿਆ। ਤੁਹਾਡੇ ਨਾਲ ਐਸਾ ਕੋਈ ਐਕਸਪੀਰੀਅੰਸ ਹੋਇਆ? ਸਰ ਅਲਹਮਦੁਲਿਲਾ, ਅਸੀਂ ਪਿਛਲੀ ਦਫਾ मतलब पहले ਅਸੀਂ ਕੱਟੇ ਵੀ ਦੀ ਫਾਰਮਿੰਗ ਕੀਤੀ ਸੀ, ਉਹ ਵੀ ਅਸੀਂ ਉੱਥੋਂ ਪਰਚੇਜ਼ ਕੀਤੇ ਸੀ, ਇਹ ਵੀ ਉੱਥੋਂ ਪਰਚੇਜ਼ ਕੀਤੇ ਨੇ। ਬਲਕਿ ਮੈਂ ਤਾਂ ਸਮਝਣਾ ਕਿ ਅਗਰ ਸਿੰਧ ਦੇ ਉੱਤੋਂ ਜਾਨਵਰ ਲਿਆਏ ਜਾਣ ਤੇ ਉੱਥੇ ਉਹ ਭੁੱਖਾਂ ਨਾਲ ਮਰੇ ਹੋਏ ਹੁੰਦੇ ਨੇ। ਅੱਛਾ। ਉਹ ਉੱਥੋਂ ਕਮਜ਼ੋਰ ਹੁੰਦੇ ਨੇ। ਅਗਰ ਉੱਥੋਂ ਲਿਆ ਕੇ ਇੱਥੇ ਉਹਨਾਂ ਨੂੰ ਫੈਟਨਿੰਗ ਕੀਤੀ ਜਾਵੇ ਤੇ ਉਹ ਫਾਰਮਰ ਨੂੰ ਜ਼ਿਆਦਾ ਬਿਹਤਰ ਐਡਵਾਂਟੇਜ ਦੇ ਸਕਦਾ ਹੈ। ਅੱਛਾ, ਮਾਲੀ ਇਤਬਾਰ ਨਾਲ। ਜ਼ਬਰਦਸਤ। ਅੱਛਾ ਸਰ, ਹੁਣ ਇਹ ਦੱਸੋ ਕਿ ਇਹਨਾਂ ਦੀ ਖਾਣ ਪੀਣ ਦਾ ਜਿਹੜਾ ਸ਼ਡਿਊਲ ਹੈ ਉਹ ਥੋੜਾ ਵਜ਼ਾਹਤ ਨਾਲ ਦੱਸ ਦਿਓ ਕਿ ਖਾਣ ਪੀਣ ਚ ਕਿਹੜੀ ਸ਼ੈ ਇਹਨਾਂ ਨੂੰ ਦੇ ਰਹੇ। ਸਰ ਵੈਸੇ ਤੇ ਛਤਰਿਆਂ ਦੇ ਬਾਰੇ ਚ ਜਾਂ ਦੁੰਬਿਆਂ ਦੇ ਬਾਰੇ ਚ ਮਸ਼ਹੂਰ ਹੈ ਕਿ ਇਹਨਾਂ ਨੂੰ ਤੁਸੀਂ ਕੁਝ ਵੀ ਪਾ ਦਿਓਗੇ ਤੇ ਮਾਸ਼ਾਅੱਲਾ ਹੱਸ ਖੇਡ ਕੇ ਖਾ ਲੈਣਗੇ। ਲੇਕਿਨ ਅਸੀਂ ਇਹਨਾਂ ਨੂੰ ਬਕਾਇਦਾ ਤੌਰ ਤੇ ਜਿਸ ਲਈ ਆਏ ਨੇ ਵੈਕਸੀਨੇਸ਼ਨ ਔਰ ਡਿਵਰਮਿੰਗ ਤੋਂ ਬਾਅਦ ਅਸੀਂ ਇਹਨਾਂ ਨੂੰ ਆਪਣੇ ਜਿਹੜਾ ਸਾਡਾ ਸਾਈਲੇਜ ਹੈ ਅਸੀਂ ਉਹਦੇ ਉੱਤੇ ਇਹਨਾਂ ਨੂੰ ਲਾਇਆ ਔਰ ਮਾਸ਼ਾਅੱਲਾ ਰੱਜ ਕੇ ਸਾਈਲੇਜ ਖਾਂਦੇ ਨੇ। ਉਸ ਤੋਂ ਬਾਅਦ ਅਸੀਂ ਆਪਣਾ ਜ਼ਾਤੀ ਵੰਡਾ, ਸਾਡੇ ਕੋਲ ਸਪੈਸ਼ਲ ਵੰਡਾ ਹੈ ਜਿਹੜਾ ਅਸੀਂ ਮਤਲਬ ਹੈ ਕਿ ਬੜੇ ਹੀ ਜਸਤਜੂ ਦੇ ਬਾਅਦ ਅਸੀਂ ਉਹਨੂੰ ਪੂਰਾ ਤਿਆਰ ਕੀਤਾ ਹੈ ਤੇ ਉਹਦਾ ਐਕਸਪੀਰੀਅੰਸ ਕੀਤਾ ਹੈ, ਉਹ ਖਵਾ ਰਹੇ हैं और माशाल्लाह बहुत जबरदस्त रिजल्ट है। यानी सुबह साइलेज ਉਹਦੇ ਉੱਤੇ ਨਾਲ ਵੰਡਾ ਦੇ ਦਿੰਦੇ ਆ, ਸ਼ਾਮ ਨੂੰ ਉਸ ਤੋਂ ਬਾਅਦ ਸਾਈਲੇਜ ਉਹਦੇ ਨਾਲ ਵੰਡਾ ਦੇ ਦਿੰਦੇ ਆ, ਬਸ ਕੋਈ ਲੰਬੀ ਚੌੜੀ ਗੱਲ ਨਹੀਂ ਜੀ। ਜ਼ਬਰਦਸਤ। ਅੱਛਾ ਸਰ, ਹੁਣ ਇਹ ਦੱਸੋ ਕਿ ਜਿਹੜੇ ਭਾਈ ਬੱਕਰੀਆਂ ਦਾ ਆਲਰੇਡੀ ਕੰਮ ਕਰ ਰਹੇ ਨੇ ਜਾਂ ਨਿਊ ਲੋਕ ਜਿਹੜੇ ਕੰਮ ਕਰਨਾ ਚਾਹੁੰਦੇ ਨੇ, ਜਿਨ੍ਹਾਂ ਨੂੰ ਸ਼ੌਕ ਹੈ ਇਸ ਕੰਮ ਦਾ, ਤੇ ਉਹਨਾਂ ਨੂੰ ਕੀ ਮਸ਼ਵਰਾ ਦਿਓਗੇ ਕਿ ਉਹ ਬੱਕਰੇ ਰੱਖਣ ਜਾਂ ਛਤਰੇ ਦਿੰਦੇ ਜੋ ਇਸ ਬਾਰੇ? ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਹਰ ਆਦਮੀ ਦਾ ਆਪਣਾ ਇੱਕ ਸ਼ੌਕ ਹੁੰਦਾ ਹੈ ਕਿ ਉਹ ਬੱਕਰੇ ਰੱਖਣਾ ਚਾਹੁੰਦਾ ਹੈ, ਉਹ ਛਤਰੇ ਰੱਖਣਾ ਚਾਹੁੰਦਾ ਹੈ, ਉਹ ਕਿਹੜੀ ਚੀਜ਼ ਤੇ ਕੰਮ ਕਰਨਾ ਚਾਹੁੰਦਾ ਹੈ। ਉਹ ਸਭ ਤੋਂ ਪਹਿਲੇ ਉਹਦੇ ਉੱਤੇ ਵਰਕਿੰਗ ਕਰੇ, ਉੱਤੇ ਤਹਿਕੀਕ ਕਰੇ। ਜਿਹੜੇ ਆਲਰੇਡੀ ਜਿਹੜੇ ਐਕਸਪੀਰੀਅੰਸਡ ਲੋਕ ਨੇ ਉਹਨਾਂ ਕੋਲ ਜਾਵੇ, ਉਹਨਾਂ ਕੋਲ ਜਾ ਕੇ ਉਹਦਾ ਥੋੜਾ ਜਿਹਾ ਤਹਾਉਨਾ ਲਵੇ, ਤਜਰਬਾ ਲਵੇ, ਉਹਨਾਂ ਦੇ ਜਿਹੜੇ ਨੁਕਸਾਨਾਤ ਨੇ ਉਹਨਾਂ ਤੋਂ ਬੰਦਾ ਫਾਇਦਾ ਉਠਾਵੇ ਔਰ ਉਹ ਖੁਦ ਜਿਸਲੇ ਕਰੇ ਫਿਰ ਉਹ ਉਹਨਾਂ ਨੁਕਸਾਨਾਤ ਤੋਂ ਬਚ ਸਕਦਾ ਹੈ। ਠੀਕ ਹੋ ਗਿਆ।
ਤੇ ਮੈਂ ਚਾਹਨਾ ਕਿ ਇਹ ਦੁੱਖ ਲੋਕ ਅਗਰ ਲੋਕਾਂ ਕੋਲੋਂ ਫਾਈਨਾਂਸ ਬਿਹਤਰ ਹੈ ਕਿਸੇ ਫਾਰਮਰ ਕੋ ਔਰ ਅਗਰ ਉਹ ਕੰਮ ਕਰਨਾ ਚਾਹੁੰਦਾ ਹੈ ਉਹ ਕੁਝ ਇਨਵੈਸਟਮੈਂਟ ਆਪਣੀ ਬੱਕਰੀਆਂ ਤੇ ਕਰ ਦੇਵੇ, ਕੁਝ ਇਨਵੈਸਟਮੈਂਟ ਉਹ ਛਤਰੀਆਂ ਜਾਂ ਦੁੰਬਿਆਂ ਤੇ ਕਰ ਦੇਵੇ, ਤੇ ਜਿਸ ਲਈ ਉਹ ਦੋਨੋਂ ਕੰਮ ਇੱਕ ਦਫਾ ਕਰ ਲੇਗਾ ਉਹਨੂੰ ਪਤਾ ਲੱਗ ਜਾਏਗਾ ਕਿ ਮੇਰੇ ਲਈ ਉਹਨੂੰ ਤਜਰਬਾ ਉਹਨੂੰ ਬਜ਼ਾਤੇ ਖੁਦ ਹੋ ਜਾਏਗਾ ਔਰ ਉਹਨੂੰ ਪਤਾ ਲੱਗ ਜਾਏਗਾ ਕਿ ਜ਼ਿਆਦਾ ਬੈਨੀਫਿਟ ਔਰ ਜ਼ਿਆਦਾ ਪ੍ਰੋਫਿਟ ਉਹਨੂੰ ਬੱਕਰੀਆਂ 'ਚ ਮਿਲਿਆ ਹੈ ਜਾਂ ਛਤਰੀਆਂ 'ਚ ਮਿਲਿਆ ਹੈ। ਇਹ ਬਹੁਤ ਜ਼ਬਰਦਸਤ ਗੱਲ ਕਹੀ ਹੈ ਸਰ ਤੁਸੀਂ। ਅੱਛਾ ਸਰ, ਹੁਣ ਇਹ ਦੱਸੋ ਕਿ ਜਿਹੜਾ ਤੁਸੀਂ ਵੰਡਾ ਦੱਸ ਰਹੇ ਹੋ ਜੀ, ਉਹ ਮੈਕਸਿਮਮ ਇੱਕ ਬੱਕਰੇ ਤੇ ਤੁਸੀਂ ਕਿੰਨਾ ਦਿੰਦੇ ਹੋ ਔਰ ਉਹਦੀ ਐਵਰੇਜ ਮੈਕਸਿਮਮ ਕਿੰਨੀ ਆ ਰਹੀ ਹੈ ਪਰ ਡੇ? ਅਗਰ ਇਸ ਬਾਰੇ ਕੁਝ ਥੋੜਾ ਜਿਹਾ ਦੱਸਿਓ ਸਰ। ਉਹ ਸੱਚੀ ਗੱਲ ਤੇ ਹੈ, ਬਹੁਤ ਸਾਰੇ ਲੋਕ ਜਿਹੜੇ ਨਾ ਜੋ ਬਗੈਰ ਐਕਸਪੀਰੀਅੰਸ ਕੀਤੇ ਜਾਂ ਬਗੈਰ ਤਜਰਬਾ ਕੀਤੇ ਨਾ ਬਸ ਉਹ ਇੰਟਰਵਿਊਜ਼ ਦੇ ਵਿੱਚ ਗੱਲ ਕਹਿ ਦਿੰਦੇ ਨੇ, ਲੇਕਿਨ ਮੈਂ ਚਾਹਨਾ ਕਿ ਅਗਰ ਮੈਂ ਇੰਟਰਵਿਊ ਦੇ ਰਿਹਾ ਉਹ ਲੋਕਾਂ ਤੱਕ ਹਕੀਕਤ ਔਰ ਸੱਚ ਬੋਲਣਾ ਪਹੁੰਚਣਾ ਚਾਹੀਦਾ ਹੈ। ਅਸੀਂ ਬੇਸਿਕਲੀ ਇਹਨਾਂ ਦਾ ਵੇਟ ਨਹੀਂ ਕੀਤਾ ਕਿ ਕਿੰਨੇ ਰੈਗੂਲਰ ਗੇਨ ਕਰ ਰਹੇ ਨੇ, ਲੇਕਿਨ ਅਸੀਂ ਸਿਰਫ ਜਿਸਲੇ ਉਹਨੂੰ ਦੇਖ ਰਹੇ ਹਾਂ ਕਿ ਵੀ ਉਹਦੀ ਜਿਹੜੀ ਬੜੋਤਰੀ ਹੋ ਰਹੀ ਹੈ, ਗਰੋਥ ਜਿਹੜੀ ਹੋ ਰਹੀ ਹੈ ਤੇ ਉਹ ਕਾਫੀ ਬਿਹਤਰ ਹੋ ਰਹੀ ਹੈ। ਅਸੀਂ ਸਵੇਰ ਤਕਰੀਬਨ 1 ਕਿਲੋ ਜਿਹੜਾ ਵੰਡਾ ਸਵੇਰ ਦਿੰਨੇ ਆ, 1 ਕਿਲੋ ਵੰਡਾ ਉਹਨੂੰ ਸ਼ਾਮ ਨੂੰ ਦਿੰਨੇ ਆ, ਸਾਲੇ ਜਿੰਨਾ ਰੱਜ ਕੇ ਖਾ ਲਵੇ। ਬਸ ਸਰ ਇਹ ਸਿੰਪਲ। ਸਰ ਪਰ ਡੇ ਖਰਚਾ ਕਿੰਨਾ ਹੋ ਰਿਹਾ? ਅਗਰ 1 ਕਿਲੋ ਤੇ ਸ਼ਾਮ 1 ਕਿਲੋ ਸਵੇਰ ਵਿੱਚ ਸਾਈਲਜ ਤੇ ਇੱਕ ਜਾਨਵਰ ਤੇ ਖਰਚਾ ਮੈਕਸਿਮਮ ਕਿੰਨਾ ਹੋ ਰਿਹਾ? ਸਰ ਖਰਚਾ ਤਕਰੀਬਨ ਸਾਡਾ ਇਹਦੇ ਵਿੱਚ ਨਾ 100 ਰੁਪਇਆ ਆਂਦਾ ਹੈ ਸਿਰਫ ਇਹਦੇ ਫੀਡਿੰਗ ਦੇ ਉੱਤੇ। ਉਸ ਤੋਂ ਬਾਅਦ ਤੁਸੀਂ ਫਾਰਮ ਦਾ ਕਿਰਾਇਆ ਜਾਂ ਦੂਸਰੇ ਐਕਸਪੈਂਸ ਤੁਸੀਂ ਅਗਰ ਪਾ ਲਓ, ਬਿਜਲੀ ਦਾ ਬਿੱਲ ਹੋ ਗਿਆ ਔਰ ਜਿਹੜਾ ਲੇਬਰ ਹੋ ਗਈ ਉਹ ਪਾ ਲਓ, ਤਾਂ ਤੁਸੀਂ ਜ਼ਿਆਦਾ 125 ਰੁਪਏ ਜਾਂ 150 ਰੁਪਏ ਕਰ ਲਓ ਪਰ ਡੇ ਦਾ, ਪਰ ਐਨੀਮਲ ਪਰ ਛਤਰੇ ਦਾ ਜਾਂ ਪਰ ਐਨੀਮਲ ਦਾ ਤੁਸੀਂ ਕਹਿ ਲਓ। ਠੀਕ ਹੋ ਗਿਆ। ਅੱਛਾ ਸਰ, ਹੁਣ ਇਹ ਦੱਸੋ ਕਿ ਜਿਹੜਾ ਵੰਡਾ ਤਿਆਰ ਕਰ ਰਹੇ ਹੋ ਉਹ ਤੁਸੀਂ ਸੇਲ ਵੀ ਕਰ ਸਕਦੇ ਹੋ? ਜੀ ਬਿਲਕੁਲ ਕਰ ਰਹੇ ਸਰ। ਇਹ ਤੇ ਅਗਰ ਸਾਨੂੰ ਦੇਖੋ ਨਾ, ਅਸੀਂ ਪੈਦਾਸ਼ੀ ਤੌਰ ਦੇ ਉੱਤੇ ਵੰਡਾ ਦੀ ਫਾਰਮੂਲੇਸ਼ਨ ਨਾਲ ਨਹੀਂ ਸੀ ਲੈ ਕੇ ਆਏ, ਅਸੀਂ ਵੀ ਕਿਸੇ ਬੰਦੇ ਕੋਲ ਉਹ ਫਾਰਮੂਲੇਸ਼ਨ ਲਈ ਹੈ, ਤੇ ਅਗਰ ਕੋਈ ਆਦਮੀ ਸਾਡੇ ਕੋਲ ਉਹਦਾ ਵੰਡਾ ਲੈਣਾ ਚਾਹੁੰਦਾ ਹੈ, ਅਸੀਂ ਉਹ ਇੰਨੀ ਅਰਗਰੇਜ਼ੀ ਤੋਂ ਬਾਅਦ, ਅਸੀਂ ਇੰਨੀ ਮਿਹਨਤ ਤੋਂ ਬਾਅਦ ਅਗਰ ਇੱਕ ਚੀਜ਼ ਅੱਛੀ ਤਿਆਰ ਕੀਤੀ ਹੈ ਤੇ ਜ਼ਰੂਰ ਲੋਕ ਮੁਸਤਫੀਦ ਹੋਣ ਸਾਡੇ ਕੋਲ ਲੈਣ। ਜਿੰਨਾ ਕਹਿਣਗੇ ਅਸੀਂ ਉਹਨਾਂ ਨੂੰ ਬਣਾ ਕੇ ਦੇਵਾਂਗੇ ਇਨਸ਼ਾਅੱਲਾ ਤਾਲਾ। ਉਹ ਜਿੰਨਾ ਫਾਇਦਾ ਚੁੱਕਣਾ ਚਾਹੁੰਦੇ ਆ, ਸਾਡਾ ਜਿਹੜਾ ਵੰਡਾ ਹੈ ਛਤਰੀਆਂ ਦਾ ਵੀ ਔਰ ਜਿਹੜਾ ਸਾਡਾ ਮਾਸ਼ਾਅੱਲਾ ਬਛੜਿਆਂ ਦਾ ਵੀ ਹੈ, ਤੁਹਾਨੂੰ ਹੁਣੀ ਥੋੜੀ ਦੇਰ ਤੱਕ ਦਿਖਾਣੇ ਆ ਬਛੜੇ, ਉਹਨਾਂ ਦੀ ਗਰੋਥ ਤੁਸੀਂ ਦੇਖੋ ਔਰ ਸਾਡੇ ਵੀਵਰਸ ਦੇਖਣ। ਤੇ ਮਾਸ਼ਾਅੱਲਾ ਮਤਲਬ ਹੈ ਕਿ ਸਾਡੀ ਕੁਆਲਿਟੀ ਜਿਹੜੀ ਨਾ, ਜੋ ਜਿਸਲੇ ਉਹ ਬੰਦਾ ਖਵਾਣਗੇ ਉਹ ਫਿਰ ਖੁਦ ਤੁਹਾਨੂੰ ਦੱਸਣਗੇ ਕਿ ਸਾਡੇ ਵੰਡੇ ਦੀ ਕੁਆਲਿਟੀ ਕੈਸੀ ਹੋ, ਭਾਵੇਂ ਬੱਕਰੀਆਂ ਦੀ ਹੋਵੇ, ਛਤਰੀਆਂ ਦੀ ਹੋਵੇ ਜਾਂ ਬਛੜਿਆਂ ਦੀ ਹੋਵੇ। ਮਾਸ਼ਾਅੱਲਾ ਜ਼ਬਰਦਸਤ। ਅੱਛਾ ਸਰ, ਲਾਸਟ ਤੇ ਹੁਣ ਤੁਸੀਂ ਆਪਣਾ ਨੰਬਰ ਦੇ ਦਿਓ ਤਾਂ ਕਿ ਅਗਰ ਕੋਈ ਇਹ ਵੀਡੀਓ ਦੇਖ ਕੇ ਭਾਈ ਤੁਹਾਡੇ ਨਾਲ ਰਾਬਤਾ ਕਰੇ, ਅਗਰ ਤੁਹਾਡੇ ਮਤਲਬ ਜਾਨਵਰ ਪਰਚੇਜ਼ ਕਰਨਾ ਚਾਹੇ ਜਾਂ ਵੰਡਾ ਪਰਚੇਜ਼ ਕਰਨਾ ਚਾਹੇ। ਜੀ ਜ਼ਰੂਰ ਸਰ, ਸਾਡੇ ਕੋਲ ਛਤਰੇ ਨੇ, ਇਹ ਪਰਚੇਜ਼ ਕਰਨਾ ਚਾਹਣ, ਬੜੇ ਹੈਲਦੀ ਨੇ, ਬੜੇ ਐਕਟਿਵ ਨੇ, ਬੜੇ ਜ਼ਬਰਦਸਤ ਨੇ, ਦੇਖਣ ਚ ਬੜੀ ਗੁੱਡ ਲੁਕਿੰਗ ਨੇ। ਜਿਸ ਟਾਈਮ ਵੀ ਲੈਣਾ ਚਾਹਣ ਮੇਰਾ ਨੰਬਰ ਹੈ 0300 963 1940, ਮੇਰਾ ਨੰਬਰ ਹੈ। ਜਦੋਂ ਚਾਹੋ ਮੇਰੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ, ਮੇਰੇ ਫਾਰਮ ਦੇ ਆ ਕੇ ਤਸ਼ਰੀਫ ਲਿਆਓ। ਲੋਕੇਸ਼ਨ ਇੱਕ ਵਾਰੀ ਦੁਬਾਰਾ ਵਜ਼ਾਹਤ ਨਾਲ ਦੱਸ ਜੀ। ਲੋਕੇਸ਼ਨ ਜਿਹੜੀ ਹੈ ਸਰ ਪ੍ਰੋਪਰ ਮੁਲਤਾਨ, ਜਿਹੜਾ ਭਾਵਲਪੁਰ ਬਾਈਪਾਸ ਹੈ ਉਸ ਦੇ ਬਿਲਕੁਲ ਨਾਲ ਕਿਡਨੀ ਸੈਂਟਰ ਹੈ, ਕਿਡਨੀ ਸੈਂਟਰ ਦੇ ਬਿਲਕੁਲ ਨਾਲ ਸਾਡਾ ਫਾਰਮ ਹੈ। ਉੱਥੇ ਆ ਕੇ ਤੁਸੀਂ ਕਾਲ ਕਰੋਗੇ, ਬੰਦਾ ਤੁਹਾਨੂੰ ਆ ਕੇ रिसीव कर लेगा। ठीक होगा सर, बहुत शुक्रिया जी। वेलकम जनाब, थैंक यू जी। जी तो फ्रेंड्स, ये थी आज की वीडियो। उम्मीद करते हैं आपको आज की वीडियो अच्छी लगी होगी। इंशाल्लाह नेक्स्ट वीडियो में आपके साथ मुलाकात करेंगे। तब तक अपने दोस्त शेख अब्बास को दीजिए इजाजत। अल्लाह हाफिज।